ਹੈਲੋ ਦੋਸਤੋ ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਆਪਾਂ ਟਾਈਪ 1 ਪਜ਼ਲ ਦੀ ਡਿਸਕਸ ਕਰਨ ਜਾ ਰਹੇ ਹਾਂ। ਤਾਂ ਇਹ ਜੋ ਵੀਡੀਓ ਲੈਸਨ ਆ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ, ਕਿਉਂਕਿ ਅੱਜ ਦੇ ਇਸ ਵੀਡੀਓ ਲੈਸਨ ਤੋਂ ਬਾਅਦ ਤੁਹਾਨੂੰ ਜੋ ਪਹਿਲੀ ਟਾਈਪ ਦੀ ਪਜ਼ਲ ਆ ਇਸ ਨੂੰ ਸੋਲਵ ਕਰਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਊਗੀ। ਤੇ ਇਹ ਟਾਈਪ ਦੀ ਜੋ ਪਜ਼ਲ ਆ ਪੀਪੀਐਸਸੀ ਦੇ ਵਿੱਚ ਆਉਂਦੀ ਹੀ ਆਉਂਦੀ ਹੈ। ਤਾਂ ਇਹ ਜੋ ਟਾਈਪ ਦੀ ਪਜ਼ਲ ਹੈ, ਇਸ ਟਾਈਪ ਦੀ ਪਜ਼ਲ ਦਾ ਨਾਮ ਹੈ ਕਲਾਸੀਫਿਕੇਸ਼ਨ ਬੇਸਡ ਪਜ਼ਲ। ਤਾਂ ਕਲਾਸੀਫਿਕੇਸ਼ਨ ਜੋ ਬੇਸਡ ਪਜ਼ਲ ਹੁੰਦੀ ਹੈ, ਇਸ ਦੇ ਵਿੱਚ ਆਪਾਂ ਇੱਕ ਟੇਬਲ ਤਿਆਰ ਕਰਨਾ ਹੁੰਦਾ ਹੈ। ਤੇ ਇਹ ਜੋ ਟੇਬਲ ਆਪਾਂ ਤਿਆਰ ਕਰਨਾ ਹੁੰਦਾ ਹੈ, ਜੇਕਰ ਆਪਾਂ ਗਲਤ ਤਿਆਰ ਕਰ ਲਈਏ ਤਾਂ ਇਹ ਪਜ਼ਲ ਨੂੰ ਸੋਲਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ। ਤੇ ਲੇਕਿਨ ਜੇਕਰ ਆਪਾਂ ਇਹ ਟੇਬਲ ਜੋ ਹੈ ਸਿਸਟੇਮੈਟਿਕ ਆਰਡਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਤਿਆਰ ਕਰ ਲਿਆ ਤਾਂ ਆਪਾਂ ਨੂੰ ਇਹ ਜੋ ਪਜ਼ਲ ਹੈ ਸੋਲਵ ਕਰਨ ਦੇ ਵਿੱਚ ਬਹੁਤ ਹੀ ਘੱਟ ਟਾਈਮ ਲੱਗੂਗਾ। ਆਪਾਂ ਇਸ ਚੀਜ਼ ਨੂੰ ਇੱਕ ਐਗਜ਼ਾਮਪਲ ਦੇ ਨਾਲ ਸੋਲਵ ਕਰਦੇ ਹਾਂ। ਤਾਂ ਸਭ ਤੋਂ ਜੋ ਪਹਿਲੀ ਐਗਜ਼ਾਮਪਲ ਹੈ, ਇਸ ਨੂੰ ਤੁਸੀਂ ਖੁਦ ਟਰਾਈ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਕਿ ਮੇਰਾ ਕੀ ਤਰੀਕਾ ਹੈ ਇਸ ਪਜ਼ਲ ਨੂੰ ਸੋਲਵ ਕਰਨ ਦਾ। ਠੀਕ ਹੈ, ਤਾਂ ਤੁਸੀਂ ਖੁਦ ਵੀਡੀਓ ਨੂੰ ਪੌਜ਼ ਕਰਕੇ ਇਸ ਨੂੰ ਸੋਲਵ ਕਰ ਸਕਦੇ ਹੋ। ਤਾਂ ਹੁਣ ਆਪਾਂ ਇਸ ਪਜ਼ਲ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਤਾਂ ਜਿਵੇਂ ਕਿ ਮੈਂ ਤੁਹਾਨੂੰ ਕਲਾਸੀਫਿਕੇਸ਼ਨ ਬੇਸਡ ਪਜ਼ਲ ਦੇ ਵਿੱਚ ਦੱਸਿਆ ਕਿ ਆਪਾਂ ਟੇਬਲ ਤਿਆਰ ਕਰਨਾ ਹੁੰਦਾ ਹੈ, ਲੇਕਿਨ ਉਹ ਟੇਬਲ ਕਿੱਦਾਂ ਤਿਆਰ ਕਰਨਾ ਹੈ ਉਸ ਲਈ ਸਭ ਤੋਂ ਪਹਿਲਾਂ ਆਪਾਂ ਕੀ ਪੁਆਇੰਟਸ ਕਲੈਕਟ ਕਰਨੇ ਹੁੰਦੇ। ਜਦੋਂ ਆਪਾਂ ਇਹ ਜੋ ਕੁਐਸਚਨ ਹੈ ਇਸ ਨੂੰ ਪੜਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ 3 ਕੀ ਪੁਆਇੰਟਸ ਦਿੱਤੇ ਗਏ ਨੇ। ਸਭ ਤੋਂ ਜੋ ਪਹਿਲਾ ਕੀ ਪੁਆਇੰਟ ਦਿੱਤਾ ਗਿਆ, ਆਪਾਂ ਨੂੰ 5 ਫਰੈਂਡਸ ਬਾਰੇ ਦਿੱਤਾ ਗਿਆ, PQRS ਐਂਡ T ਬਾਰੇ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਨੂੰ ਦਿੱਤਾ ਹੈ ਕਿ ਇਹ ਜੋ 5 ਵਿਅਕਤੀ ਨੇ ਅਲੱਗ-ਅਲੱਗ ਸਿਟੀਜ਼ ਦੇ ਵੱਲ ਟਰੈਵਲ ਕਰ ਰਹੇ ਨੇ। ਕੋਈ ਚੇਨਈ ਜਾ ਰਿਹਾ, ਕੋਈ ਕੋਲਕਾਤਾ, ਕੋਈ ਦਿੱਲੀ, ਕੋਈ ਬੈਂਗਲੌਰ ਅਤੇ ਕੋਈ ਹੈਦਰਾਬਾਦ। ਠੀਕ ਹੈ, ਤੇ ਉਸ ਤੋਂ ਤੀਜਾ ਜੋ ਆਪਾਂ ਨੂੰ ਕੀ ਪੁਆਇੰਟ ਦਿੱਤਾ ਹੈ ਉਹ ਦਿੱਤਾ ਹੈ, ਕਹਿੰਦੇ ਕਿ ਅਲੱਗ-ਅਲੱਗ ਟਰਾਂਸਪੋਰਟ ਤੋਂ ਜਾ ਰਹੇ ਨੇ। ਕੋਈ ਬੱਸ ਨਾਲ ਜਾ ਰਿਹਾ, ਕੋਈ ਟ੍ਰੇਨ ਨਾਲ, ਕੋਈ ਐਰੋਪਲੇਨ ਨਾਲ, ਕੋਈ ਕਾਰ ਨਾਲ ਅਤੇ ਕੋਈ ਬੋਟ ਨਾਲ। ਤੇ ਕਿੱਥੋਂ ਜਾ ਰਹੇ ਨੇ? ਸਾਰੇ ਮੁੰਬਈ ਤੋਂ ਜਾ ਰਹੇ ਨੇ। ਠੀਕ ਹੈ, ਤਾਂ ਇਹਦਾ ਮਤਲਬ ਆਪਾਂ ਨੂੰ 3 ਕੀ ਪੁਆਇੰਟ ਮਿਲੇ ਨੇ। ਉਹ 3 ਕੀ ਪੁਆਇੰਟ ਕਿਹੜੇ-ਕਿਹੜੇ ਨੇ? ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਪਰਸਨ ਬਾਰੇ। ਦੂਜਾ ਕੀ ਪੁਆਇੰਟ ਆਪਾਂ ਨੂੰ ਦਿੱਤਾ ਹੈ ਇਹ ਜੋ ਸਿਟੀਜ਼ ਨੂੰ ਟਰੈਵਲ ਕਰ ਰਹੇ ਨੇ ਉਸ ਬਾਰੇ। ਤੀਜਾ ਜੋ ਆਪਾਂ ਨੂੰ ਕੀ ਪੁਆਇੰਟ ਦਿੱਤਾ ਹੈ ਉਹ ਦਿੱਤਾ ਇਹ ਜੋ ਟਰਾਂਸਪੋਰਟ ਯੂਜ਼ ਕਰ ਰਹੇ ਨੇ ਉਸ ਬਾਰੇ। ਠੀਕ ਹੈ, ਤਾਂ ਹੁਣ ਆਪਾਂ ਟੇਬਲ ਤਿਆਰ ਕਰ ਰਹੇ ਹਾਂ। ਤਾਂ ਆਪਾਂ ਨੂੰ 3 ਚੀਜ਼ਾਂ ਦਿੱਤੀਆਂ, ਤਾਂ ਆਪਾਂ ਕੀ ਕਰਾਂਗੇ? 3 ਲਾਈਨਸ ਕੀ ਕਰ ਲਾਂਗੇ? ਡਰਾਅ ਕਰ ਲਵਾਂਗੇ। ਠੀਕ ਹੈ, 3 ਲਾਈਨਸ ਡਰਾਅ ਆਪਾਂ ਕਰ ਲਈਆਂ। ਉਸ ਤੋਂ ਬਾਅਦ ਕਿਉਂਕਿ ਆਪਾਂ ਨੂੰ ਇੱਥੇ ਜੋ ਜਾਣਕਾਰੀ ਦਿੱਤੀ ਹੈ ਉਹ 5 ਚੀਜ਼ਾਂ ਬਾਰੇ ਦਿੱਤੀ ਹੈ। ਠੀਕ ਹੈ, ਹਰ ਜੋ ਚੀਜ਼ ਹੈ 5-5 ਆਪਾਂ ਨੂੰ ਕੁਆਂਟੀਟੀ ਦੇ ਵਿੱਚ ਦਿੱਤੇ, ਤਾਂ ਆਪਾਂ 5 ਕੀ ਕਰਾਂਗੇ? ਇੱਦਾਂ ਹੋਰੀਜ਼ੋਨਟਲ ਲਾਈਨਸ ਵੀ ਡਰਾਅ ਕਰ ਲਾਂਗੇ। ਠੀਕ ਹੈ, ਤੇ ਹੁਣ ਤੁਸੀਂ ਇੱਕ ਚੀਜ਼ ਵੇਖੋ ਵੀ ਆਪਾਂ ਲੈਫਟ ਹੈਂਡ ਸਾਈਡ ਕੀ ਰੱਖਣਾ ਹੈ, ਇਹ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ। ਠੀਕ ਹੈ, ਤੇ ਲੈਫਟ ਹੈਂਡ ਸਾਈਡ ਆਪਾਂ ਹਮੇਸ਼ਾ ਉਹ ਚੀਜ਼ ਰੱਖਣੀ ਹੈ ਜਿਹਦੇ ਬਾਰੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਦਿੱਤੀ ਹੋਈ ਆਪਣੇ ਕੁਐਸਚਨ ਦੇ ਵਿੱਚ। ਤੇ ਤੁਸੀਂ ਜਦੋਂ ਇਸ ਕੁਐਸਚਨ ਨੂੰ ਪੜ੍ਹੋਗੇ ਤਾਂ ਤੁਸੀਂ ਉੱਪਰੋਂ ਵੇਖਣਾ ਸਭ ਤੋਂ ਪਹਿਲਾਂ ਵੀ ਕਿਸ ਚੀਜ਼ ਬਾਰੇ ਜਦ ਤੋਂ ਜ਼ਿਆਦਾ ਜਾਣਕਾਰੀ ਆਪਾਂ ਨੂੰ ਪ੍ਰੋਵਾਈਡ ਕਰਾਈ ਗਈ ਹੈ। ਤਾਂ ਤੁਸੀਂ ਵੇਖੋ ਵੀ ਜੋ ਪਰਸਨ ਨੇ ਉਹ ਸਭ ਤੋਂ ਜ਼ਿਆਦਾ ਵਾਰ ਇਸ ਕੁਐਸਚਨ ਦੇ ਵਿੱਚ ਆ ਰਹੀ ਨਹੀਂ। ਇਹਦਾ ਮਤਲਬ ਆਪਾਂ ਨੂੰ ਸਭ ਤੋਂ ਜੋ ਜ਼ਿਆਦਾ ਜਾਣਕਾਰੀ ਦਿੱਤੀ ਹੈ ਉਹ ਪਰਸਨਸ ਬਾਰੇ ਦਿੱਤੀ ਹੋਈ ਹੈ। ਠੀਕ ਹੈ, ਤਾਂ ਇਸੇ ਕਰਕੇ ਮੈਂ ਲੈਫਟ ਹੈਂਡ ਸਾਈਡ ਕੀ ਰੱਖੂੰ? ਪਰਸਨ ਲਿਖੂੰਗਾ, PQRST। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਅਗਲੀ ਜੋ ਜਾਣਕਾਰੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੈ ਇੱਥੇ ਆਪਾਂ ਕੀ ਲਿਖਾਂਗੇ? ਸਿਟੀਜ਼, ਅਤੇ ਇੱਥੇ ਆਪਾਂ ਕੀ ਲਿਖਾਂਗੇ? ਟਰਾਂਸਪੋਰਟ। ਤੇ ਆਪਣਾ ਜੋ ਟੇਬਲ ਹੈ ਉਹ ਤਿਆਰ ਹੋ ਚੁੱਕਿਆ। ਠੀਕ ਹੈ, ਹੁਣ ਆਪਾਂ ਨੂੰ ਜਿਵੇਂ ਜਾਣਕਾਰੀ ਪ੍ਰੋਵਾਈਡ ਕਰਾਈ ਜਾਊਗੀ ਇਸ ਕੁਐਸਚਨ ਦੇ ਵਿੱਚ ਆਪਾਂ ਉਵੇਂ ਜਾਣਕਾਰੀ ਕੀ ਕਰਦੇ ਰਹਿਣਾ? ਫਿਲ ਕਰਦੇ ਰਹਿਣਾ, ਤੇ ਆਪਣਾ ਜੋ ਕੁਐਸਚਨ ਹੈ ਉਹ ਸੋਲਵ ਹੋ ਗਿਆ। ਠੀਕ ਹੈ, ਜਿਵੇਂ ਕਿ ਇੱਥੇ ਆਪਾਂ ਨੂੰ ਪਹਿਲੀ ਲਾਈਨ ਦੇ ਵਿੱਚ ਦਿੱਤਾ ਹੈ, ਕਹਿੰਦੇ ਕਿ ਜਿਹੜਾ ਪਰਸਨ ਦਿੱਲੀ ਵੱਲ ਜਾ ਰਿਹਾ ਹੈ ਉਹ ਬੰਦਾ ਬੋਟ ਦੇ ਨਾਲ ਟਰੈਵਲ ਨਹੀਂ ਕਰ ਰਿਹਾ। ਠੀਕ ਹੈ, ਤਾਂ ਜਿਹੜਾ ਪਰਸਨ ਦਿੱਲੀ ਵੱਲ ਜਾ ਰਿਹਾ ਉਹ ਬੋਟ ਦੇ ਨਾਲ ਟਰੈਵਲ ਨਹੀਂ ਕਰ ਰਿਹਾ। ਤਾਂ ਆਪਾਂ ਨੂੰ ਪਤਾ ਨਹੀਂ ਹੁਣੇ ਆਪਾਂ ਇੱਥੇ ਇਸ ਟੇਬਲ ਦੇ ਵਿੱਚ ਕਿੱਥੇ ਫਿਲ ਆਊਟ ਕਰਨਾ, ਇਸੇ ਕਰਕੇ ਆਪਾਂ ਇਹ ਜੋ ਜਾਣਕਾਰੀ ਇਸ ਨੂੰ ਸਾਈਡ ਦੇ ਉੱਤੇ ਲਿਖ ਲਾਂਗੇ। ਠੀਕ ਹੈ, ਤਾਂ ਮੈਂ ਸਾਈਡ ਦੇ ਉੱਤੇ ਲਿਖ ਲਿਆ ਵੀ ਜੋ ਦਿੱਲੀ ਚੱਲਿਆ ਵਿਅਕਤੀ ਉਹ ਕੀ ਹੈ? ਬੋਟ ਦੇ ਨਾਲ ਨਹੀਂ ਜਾ ਸਕਦਾ। ਤੇ ਇੱਥੇ ਮੈਂ ਬੋਟ ਲਿਖ ਕੇ ਕੀ ਕਰ ਦੂੰਗਾ? ਕਾਟਾ ਮਾਰ ਦੂੰਗਾ। ਠੀਕ ਹੈ, ਉਸ ਤੋਂ ਬਾਅਦ ਜੋ ਮੈਨੂੰ ਅੱਗੇ ਜਾਣਕਾਰੀ ਦਿੱਤੀ ਅਗਲੀ ਲਾਈਨ ਦੇ ਵਿੱਚ, ਕਹਿੰਦੇ ਆਰ ਵੈਂਟ ਟੂ ਬੈਂਗਲੌਰ। ਆਰ ਜੋ ਹੈ ਬੈਂਗਲੌਰ ਚੱਲੇ, ਤਾਂ ਇੱਥੇ ਮੈਂ ਲਿਖ ਦੂੰਗਾ ਵੀ ਆਰ ਬੈਂਗਲੌਰ ਚੱਲੇ, ਤਾਂ ਇੱਥੇ ਮੈਂ ਬੈਂਗਲੌਰ ਲਿਖ ਦੂੰਗਾ। ਠੀਕ ਹੈ, ਉਸ ਤੋਂ ਅੱਗੇ ਤੁਸੀਂ ਵੇਖੋ ਅੱਗੇ ਮੈਨੂੰ ਦਿੱਤਾ ਹੈ ਵੀ ਇਹ ਕਾਰ ਦੇ ਨਾਲ ਚੱਲੇ, ਤਾਂ ਆਪਾਂ ਇੱਥੇ ਕੀ ਲਿਖ ਦਾਂਗੇ? ਕਾਰ ਲਿਖ ਦਾਂਗੇ ਟਰਾਂਸਪੋਰਟ ਦੇ ਵਿੱਚ। ਉਸ ਤੋਂ ਤੁਸੀਂ ਅੱਗੇ ਪੜ੍ਹੋ, ਅੱਗੇ ਆਪਾਂ ਨੂੰ ਕੀ ਜਾਣਕਾਰੀ ਦਿੱਤੀ ਹੈ? ਕਹਿੰਦੇ ਕਿਊ ਵੈਂਟ ਟੂ ਕੋਲਕਾਤਾ ਬਾਈ ਐਰੋਪਲੇਨ। ਜਿਹੜਾ ਕਿਊ ਹੈ ਉਹ ਕੋਲਕਾਤਾ ਚੱਲੇ, ਤਾਂ ਆਪਾਂ ਇੱਥੇ ਕੋਲਕਾਤਾ ਲਿਖ ਦਾਂਗੇ। ਠੀਕ ਹੈ, ਤੇ ਕਿਹਦੇ ਨਾਲ ਚੱਲਿਆ? ਆਪਣਾ ਇਹ ਐਰੋਪਲੇਨ ਨਾਲ ਚੱਲਿਆ, ਤਾਂ ਆਪਾਂ ਇੱਥੇ ਐਰੋਪਲੇਨ ਲਿਖ ਦਾਂਗੇ। ਠੀਕ ਹੈ, ਉਸ ਤੋਂ ਅੱਗੇ ਵੇਖੋ ਅੱਗੇ ਆਪਾਂ ਨੂੰ ਜਾਣਕਾਰੀ ਦਿੱਤੀ, ਕਹਿੰਦੇ ਐਸ ਟਰੈਵਲ ਬਾਈ ਬੋਟ। ਐਸ ਕੀ ਹੈ? ਬੋਟ ਦੇ ਨਾਲ ਚੱਲੇ। ਠੀਕ ਹੈ, ਤਾਂ ਇੱਥੇ ਆਪਾਂ ਕੀ ਲਿਖ ਦਾਂਗੇ? ਬੋਟ ਲਿਖ ਦਾਂਗੇ। ਉਸ ਤੋਂ ਅੱਗੇ ਮੈਨੂੰ ਕੀ ਜਾਣਕਾਰੀ ਦਿੱਤੀ ਹੈ? ਕਹਿੰਦੇ ਕਿ ਵੇਅਰ ਐਜ਼ ਟੀ ਟਰੈਵਲਸ ਬਾਈ ਟ੍ਰੇਨ। ਟੀ ਜੋ ਹੈ ਉਹ ਟ੍ਰੇਨ ਦੇ ਨਾਲ ਚੱਲੇ, ਤਾਂ ਆਪਾਂ ਇੱਥੇ ਟੀ ਤੇ ਕੀ ਲਿਖ ਦਾਂਗੇ? ਟ੍ਰੇਨ ਲਿਖ ਦਾਂਗੇ।
ठीक है। उस तो बाद इत्थे इक्को एक चीज़ रह गई लिखण वाली, वो किहड़ी रह गई? हुण तुसीं वेखो आपां ट्रेन लिखता, आपां इत्थे एरोप्लेन भी फिल आउट करता, इत्थे आपां कार भी फिल आउट करता ते बोट भी फिल आउट करता, इक्को एक रह गया बस, तां आपां बस इत्थे लिख दांगे। ठीक है, तां हुण तुसीं वेखो आ अपणीआं 3 जग੍ਹਾ हले खाली ने, इन्हां नूं बारे जो जानकारी आपां नूं अगलियां लाइनस दे विच दित्ती हुई तां आपां पढ़दे हां। तां अग्गे आपां नूं दित्ता कहंदे मुंबई इज़ नॉट कनैक्टेड बाय बस टू दिल्ली। तो यदा मतलब जो दिल्ली जा रहा बंदा वो बस के नाल नहीं जा सकता, क्योंकि जो मुंबई है वो दिल्ली के नाल बस के नाल कनैक्ट है ही नहीं। इसका मतलब की है कि इत्थे जो दिल्ली है वो आ नहीं सकता। ठीक है, इत्थे दिल्ली का आना पॉसीबल नहीं। हुण आपां पहलां डिस्कस करके हटे भी दिल्ली इत्थे भी नहीं आ सकता, क्योंकि आपां नूं जानकारी ये इत्थे प्रोवाइड कराई गई, आपां नूं पिछलियां लाइनां दे विच दित्ता होया सीगा जो आपां इत्थे नोट डाउन कीता सीगा। ठीक है, इसदा मतलब दिल्ली लई इक्को एक जगह रह गई, ये वाली तां इत्थे आपां की लिख दांगे, दिल्ली लिख दांगे। ठीक है, उस तो अगे आपां नूं कहंदे कि जिहड़ा मुंबई है ਉਹ ਬੱਸ ਦੇ ਨਾਲ ਨਾ ਤਾਂ ਦਿੱਲੀ ਦੇ ਨਾਲ ਕਨੈਕਟ ਹੈ ਅਤੇ ਨਾ ਹੀ ਚੇਨਈ ਦੇ ਨਾਲ ਕਨੈਕਟ ਹੈ। ਇਹਦਾ ਮਤਲਬ ਚੇਨਈ ਵੀ ਬੱਸ ਦੇ ਨਾਲ ਆਪਾਂ ਨਹੀਂ ਜਾ ਸਕਦੇ। ਇਹਦਾ ਮਤਲਬ ਬੱਸ ਦੇ ਨਾਲ ਆਪਾਂ ਕਿਹਦੇ ਨਾਲ ਜਾਵਾਂਗੇ? ਚੇਨਈ ਨੂੰ ਛੱਡ ਕੇ ਜੋ ਰਹਿ ਗਿਆ ਅਤੇ ਚੇਨਈ ਜੋ ਹੈ ਉਹ ਆਪਾਂ ਬੂਟ ਦੇ ਨਾਲ ਜਾਵਾਂਗੇ। ਠੀਕ ਹੈ, ਤਾਂ ਬੱਸ ਆਪਾਂ ਕਿਹਦੇ ਨਾਲ ਜਾਵਾਂਗੇ? ਜੋ ਆਪਣਾ ਰਹਿ ਚੁੱਕਿਆ, ਤਾਂ ਆਪਣਾ ਕਿਹੜਾ ਰਹਿ ਚੁੱਕਿਆ ਇਹਨਾਂ ਸਾਰਿਆਂ ਦੇ ਵਿੱਚੋਂ? हैदराबाद। ਤਾਂ ਇੱਥੇ ਕੀ ਆ ਜਾਊਗਾ? हैदराबाद ਆ ਜਾਊਗਾ ਤੇ ਆਪਣਾ ਜੋ ਕੁਐਸਚਨ ਆ ਉਹ ਸੋਲਵ ਹੋ ਚੁੱਕਿਆ। ਠੀਕ ਹੈ, ਤਾਂ ਇਦਾਂ ਆਪਾਂ ਇਹ ਜੋ ਕੁਐਸਚਨ ਸੀਗਾ ਆਪਣਾ ਇਸ ਨੂੰ ਸੋਲਵ ਕਰਨਾ ਸੀਗਾ। ਆਪਣਾ ਜੋ ਟੇਬਲ ਆ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਨੂੰ ਜੋ ਜਾਣਕਾਰੀ ਦਿੱਤੀ ਹੈ ਕੁਐਸਚਨਾਂ ਦੇ ਵਿੱਚ ਆਪਾਂ ਉਸ ਦੇ ਅਕੋਰਡਿੰਗ ਆਪਣੇ ਆਨਸਰ ਬਣਾਉਣੇ ਨੇ। ਜਿਵੇਂ ਕਿ ਆਪਾਂ ਨੂੰ ਪਹਿਲਾਂ ਦਿੱਤਾ ਕਹਿੰਦੇ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜਾ ਕੰਬੀਨੇਸ਼ਨ ਆਫ ਪਰਸਨ ਤੇ ਮੋਡ ਮਤਲਬ ਟਰਾਂਸਪੋਰਟ ਕਿਹੜਾ ਸਹੀ ਨਹੀਂ ਹੈਗਾ। ਤੁਸੀਂ ਵੇਖੋ ਪੀ ਬੱਸ ਦੇ ਨਾਲ ਜਾਂਦਾ ਤਾਂ ਬਿਲਕੁਲ ਠੀਕ ਹੈ, ਪੀ ਬੱਸ ਦੇ ਨਾਲ ਜਾ ਰਹੇ। ਕਿਉਂ ਐਰੋਪਲੇਨ ਨਾਲ ਜਾਂਦਾ ਤਾਂ ਕਿਉਂ एरोप्लेन नाल बिल्कुल ठीक है। आर कार नाल जांदा है तो बिल्कुल ठीक है, आर कार नाल जांदा है। एस बोट नाल जांदा है बिल्कुल ठीक है, एस बोट नाल जांदा है। टी की एरोप्लेन नाल जांदा है? नहीं, टी ट्रेन नाल जांदा है। इसदा मतलब अपना जो राइट आंसर है वो किहड़ा बने? टी एरोप्लेन बने। ठीक है, उस तो बाद हुण आपां अगला क्वेश्चन वेखदे हां। तो अगले क्वेश्चन दे विच आपां नूं की दित्ता कहंदे कि अगले क्वेश्चन दे विच आपां नूं दित्ता कहंदे कि जो एस है उसका किहड़ा कॉम्बीनेशन ट्रू है। ठीक है, एस का किहड़ा कॉम्बीनेशन ट्रू है? तो अपन इत्थे एस का दिता है तो एस का चेन्नई ते बोट है। ठीक है, तो किहड़ा बनया इत्थे? ऑप्शन नंबर सी बनया। ठीक है, तो ये अपना की बन गया? राइट आंसर बन गया। उस तो अगले क्वेश्चन के अपन पूछे कहते विच ऑफ द फॉलोइंग कॉम्बीनेशन ऑफ प्लेस एंड मोड इज़ नॉट करैक्ट। प्लेस ते मोड का किहड़ा कॉम्बीनेशन करैक्ट नहीं है? पहला अपन दिता दिल्ली अते बस। ठीक है, तो दिल्ली अते बस तुसीं वेखो भी हैदराबाद बस दे नाल कनैक्टेड है, ना कि दिल्ली कनैक्टेड है। इसदा मतलब अपना जो राइट आंसर है किहड़ा बन गया? पहली ऑप्शन ही बन गई, अगे आपां चैक ही नहीं करते। उस तो बाद आपां अगला क्वेश्चन वेखदे हां। तो अगले क्वेश्चन दे विच आपां नूं पुछिया गया कहंदे कि कहते दी परसन ट्रैवलिंग टू दिल्ली वेंट बाय विच ऑफ द फॉलोइंग मोड्स। जिहड़ा व्यक्ति दिल्ली जा रहा है वो किहड़े मोड दे नाल जा रहा है? तो इत्थे आपां वेखिआ भी दिल्ली जो व्यक्ति जा रहा है वो ट्रेन तो जा रहा है, तो अपना जो राइट आंसर बनता किहड़ा बनता है? ट्रेन वाला बी ऑप्शन बनता है। उस तो बाद आपां अगला वेखदे हां। तो अगले दे विच आपां नूं पुछिआ गया कहंदे कि हू मंग दी फॉलोइंग ट्रैवल टू दिल्ली। दिल्ली कौन जा रहा है? तो दिल्ली टी वाला जा रहा है। इत्थे आपां वेख सकदे हां भी दिल्ली कौन चले? टी वाला चले। तो राइट आंसर की बन गया? अपना सी ऑप्शन बन गया। इदां आपां जो क्वेश्चन सीगा इस नूं सॉल्व करना सीगा। मैं पूरी उम्मीद करदा कि तुसीं भी ये क्वेश्चन बना लिया होगा ते तुहानूं ये जो क्वेश्चन है शॉर्ट ट्रिक दे नाल सॉल्व करना आ गया होगा। हुण आपां एक होर क्वेश्चन सॉल्व करदे हां। इस दे नाल तुहानूं होर थोड़ा क्लीयर होगा कि किद्दां आपां टेबल ड्रॉ करना है तो किद्दां आपां जो क्वेश्चन है उसनूं सॉल्व करना है। तो अपनी सब तो जो पहली चीज़ होंदी है वो होंदे की पॉइंट्स कलैक्ट करने, तो उस तो बाद ये डिसाइड करना कि लैफ्ट हैंड साइड आपां किहड़ी चीज़ नूं रखना है। क्लासीफिकेशन वाली जो पजल होंदी है इस दे विच यही चीज़ मैटर करती है। जेकर तुसीं ये सिस्टमैटिकल ढंग नाल सही जगह ते रख लिया लैफ्ट हैंड साइड की रखना है डिसाइड कर लिया तो तुहाडा जो क्वेश्चन है 99% बन चुके। उस तो बाद सिर्फ तुसी लाइनां पढ़नी है तो उस अकॉर्डिंग जो डाटा दिता है उसनूं फिल आउट करना है। आप एक होर क्वेश्चन नाल वेखदे हां। इहदे विच आपां नूं दिता है कहंदे कि 6 परसन ने A B C D एंड F। उस तो अगे आपां नूं दिता है कहंदे कि ईच ऑफ द टीचर टीच 2 सबजैक्ट। हर जो टीचर है वो की करदा है? 2 सबजैक्ट टीच करता, एक कंपलसरी तो एक आपां नूं ऑप्शनल सबजैक्ट टीच करता है। तो उस तो बाद आपां नूं डाटा देना शुरू करता, जिवें कि डी बारे डाटा दिता भी डी का ऑप्शनल सबजैक्ट किहड़ा है। ठीक है, इसदा मतलब जो की पॉइंट्स आ वो तो आपां नूं आ 3 लाइनां दे विच ही दित्ते ने। ठीक है, तो इहदे विच की पॉइंट्स किहड़े किहड़े दित्ते ने भी परसन किन्ने ने 6 ने। ठीक है, उस तो बाद अगे आपां नूं की दिता है भी ये जो ने परसन ने सारे टीचर ने, तो ये टीचर की कर रहे हैं? एक तो कंपलसरी सबजैक्ट पढ़ा रहे हैं,
एक ये ऑप्शनल सबजैक्ट पढ़ा रहे हैं। ਇਹਦਾ मतलब ਹੁਣ ਆਪਾਂ ਇੱਕ ਟੇਬਲ ਡਰਾ ਕਰਨਾ ਹੈ ਜਿਹਦੇ ਵਿੱਚ ਆਪਾਂ ਇਹ ਤਿੰਨੇ ਜਾਣਕਾਰੀ ਫਿਲ ਆਊਟ ਕਰਨੀ ਹੈ। ਤਾਂ ਆਪਾਂ ਕੀ ਕਰਾਂਗੇ, ਇੱਕ ਟੇਬਲ ਬਣਾ ਲਾਂਗੇ। ਠੀਕ ਹੈ, ਤਾਂ ਇੱਥੇ ਆਪਾਂ ਟੇਬਲ ਬਣਾ ਲਿਆ ਤੇ ਇੱਥੇ ਆਪਾਂ ਜੋ ਲਾਈਨਾਂ ਬਣਾਉਣੀਆਂ ਕਿੰਨੀਆਂ ਬਣਾਉਣੀਆਂ, 6 ਬਣਾਉਣੀਆਂ। ਠੀਕ ਹੈ, ਤਾਂ ਆਪਾਂ ਇਸ ਨੂੰ ਬਣਾ ਲੈਂਦੇ ਇੱਕ ਵਾਰ। ठीक है, तो अपना जो टेबल है वो ड्रा हो चुके हैं। ठीक है, हुण इस तो बाद आपां की करनी है, सिर्फ जानकारी फिल आउट करनी है। ਤਾਂ ਤੁਸੀਂ ਵੇਖੋ ਵੀ ਆਪਾਂ ਲੈਫਟ ਹੈਂਡ ਸਾਈਡ ਕੀ ਰੱਖਣਾ, ਜੇਕਰ ਇਹ ਡਿਸਾਈਡ ਕਰ ਲਿਆ ਤਾਂ ਆਪਣਾ ਪਜ਼ਲ ਜੋ ਹੈ ਬਹੁਤ ਛੇਤੀ ਨਾਲ ਸੋਲਵ ਹੋਊਗੀ। ਤਾਂ ਤੁਸੀਂ ਜਦੋਂ ਇਸ ਕੁਐਸਚਨ ਉੱਪਰੋਂ ਮੋਟਾ ਵੇਖੋਗੇ ਤਾਂ ਤੁਹਾਨੂੰ ਦਿਖ ਰਿਹਾ ਹੋਊਗਾ ਵੀ E F E C A D ਮਤਲਬ ਕਿ ਜਾਣਕਾਰੀ ਪਰਸਨ ਬਾਰੇ ਦਿੱਤੀ ਹੋਈ ਹੈ ਆਪਾਂ ਨੂੰ ਕੁਐਸਚਨ ਦੇ ਵਿੱਚ। ਤਾਂ ਆਪਾਂ ਚੱਲ ਪੈਂਦੇ ਹਾਂ ਇੱਦਾਂ ਹੀ। ठीक है, ਆਪਾਂ ਕੀ ਕਰਦੇ ਹਾਂ, ਲੈਫਟ ਹੈਂਡ ਸਾਈਡ ਪਰਸਨ ਰੱਖ ਲੈਂਦੇ ਹਾਂ ਕਿਉਂਕਿ ਆਪਾਂ ਨੂੰ ਦਿਖ ਰਿਹਾ ਵੀ ਹਾਂ ਜਾਣਕਾਰੀ ਆਪਾਂ ਨੂੰ ਪਰਸਨਸ ਬਾਰੇ ਦਿੱਤੀ ਹੋਈ ਹੈ। ਠੀਕ ਹੈ, ਤਾਂ ਇੱਥੇ ਆਪਾਂ ਕੀ ਲਿਖ ਲੈਂਦੇ A B C D E F। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਇੱਕ ਕੰਪਲਸਰੀ ਸਬਜੈਕਟ ਦਿੱਤਾ ਤੇ ਉਸ ਤੋਂ ਬਾਅਦ ਇੱਕ ਆਪਾਂ ਨੂੰ ਕੀ ਦਿੱਤਾ ਇੱਥੇ ਆਪਸ਼ਨਲ ਸਬਜੈਕਟ ਦਿੱਤਾ। ਠੀਕ ਹੈ, ਤਾਂ ਆਪਾਂ ਨੂੰ ਜੋ ਜਾਣਕਾਰੀ ਦਿੱਤੀ ਸੀ ਆਪਾਂ ਫਿਲ ਆਊਟ ਕਰਤੀ ਤੇ ਹੁਣ ਆਪਾਂ ਕੁਐਸਚਨ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਟੇਬਲ ਆਪਣਾ ਬਣ ਚੁੱਕਿਆ, ਮੇਨ ਟੇਬਲ ਹੀ ਹੁੰਦਾ ਹੈ। ਠੀਕ ਹੈ, ਆਪਾਂ ਨੂੰ ਇੱਥੇ ਦਿੱਤਾ ਕਹਿੰਦੇ ਕਿ ਡੀ ਦਾ ਜਿਹੜਾ ਆਪਸ਼ਨਲ ਸਬਜੈਕਟ ਹੈ ਉਹ ਕਿਹੜਾ ਹਿਸਟਰੀ ਹੈ, ਵਾਈਲ 3 ਅਦਰਸ ਹੈਵ ਇਟ ਐਜ਼ ਕੰਪਲਸਰੀ ਸਬਜੈਕਟ। ਮਤਲਬ ਕਿ ਇਹਦਾ ਵੀ ਜੋ ਡੀ ਦਾ ਸਬਜੈਕਟ ਹੈ ਆਪਸ਼ਨਲ ਉਹ ਕਿਹੜਾ ਹਿਸਟਰੀ ਹੈ, ਜਦ ਕਿ 3 ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦਾ ਜੋ ਕੰਪਲਸਰੀ ਸਬਜੈਕਟ ਹੈ ਉਹ ਕਿਹੜਾ ਆਪਣਾ ਹਿਸਟਰੀ ਹੈ। ਠੀਕ ਹੈ, ਤਾਂ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਦਿੱਤੀ ਹੋਈ, ਤਾਂ 3 ਜਣਿਆਂ ਦਾ ਕੰਪਲਸਰੀ ਸਬਜੈਕਟ ਕਿਹੜਾ ਹਿਸਟਰੀ ਹੈ ਇਸ ਨੂੰ ਆਪਾਂ ਬਾਅਦ ਚੋਂ ਫਿਲ ਆਊਟ ਕਰਨਾ ਹੈ। ਇਸ ਨੂੰ ਆਪਾਂ ਕੀ ਕਰਦੇ ਹਾਂ, ਸਾਈਡ 'ਤੇ ਲਿਖ ਲੈਂਦੇ ਤੇ ਇਸ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਜਦੋਂ ਹੀ ਆਪਣੀਆਂ ਸਪੇਸ ਖਾਲੀ ਬਚ ਗਈਆਂ 3 ਲਾਸਟ ਦੇ ਵਿੱਚ, ਤਾਂ ਉਦੋਂ ਆਪਾਂ ਇਹ ਤਿੰਨਾਂ ਦੀ ਜਗ੍ਹਾ 'ਤੇ ਕੀ ਕਰਾਂਗੇ, ਹਿਸਟਰੀ ਫਿਲ ਆਊਟ ਕਰ ਦਾਂਗੇ। ਹਾਲੇ ਆਪਣੀਆਂ 6 ਜਗ੍ਹਾ ਖਾਲੀ ਹੈ ਤੇ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ 6 ਦੇ ਵਿੱਚੋਂ ਕਿਹੜੇ 3 ਇਹੋ ਜਿਹੇ ਨੇ ਜਿਨ੍ਹਾਂ ਦਾ ਕੰਪਲਸਰੀ ਸਬਜੈਕਟ ਕੀ ਹੈ, ਹਿਸਟਰੀ ਹੈ। ਠੀਕ ਹੈ, ਤਾਂ ਕੋਈ ਚੱਕਰ ਨਹੀਂ, ਆਪਾਂ ਅੱਗੇ ਸੋਲਵ ਕਰਦੇ ਹਾਂ। ਕਹਿੰਦੇ E and F ਹੈਵ ਫਿਜ਼ਿਕਸ ਐਜ਼ ਵਨ ਆਫ ਦੇਅਰ ਸਬਜੈਕਟ। E ਤੇ F ਜੋ ਇਹ ਦੋਵੇਂ ਵਿਅਕਤੀ ਨੇ ਇਹਨਾਂ ਦਾ ਜੋ ਇੱਕ ਸਬਜੈਕਟ ਹੈ ਉਹ ਕੀ ਹੈ, ਫਿਜ਼ਿਕਸ ਹੈ। ਹੁਣ ਆਪਾਂ ਨੂੰ ਨਹੀਂ ਪਤਾ ਵੀ ਕੰਪਲਸਰੀ ਕਿਹਦਾ ਸਬਜੈਕਟ ਫਿਜ਼ਿਕਸ ਹੈ ਅਤੇ ਆਪਸ਼ਨਲ ਕਿਹਦਾ ਸਬਜੈਕਟ ਫਿਜ਼ਿਕਸ ਹੈ। ਠੀਕ ਹੈ, ਤਾਂ ਜਿਹੜੀ ਵੀ ਜਾਣਕਾਰੀ ਪੋਸੀਬਲ ਹੈਗੀ ਆ ਉਸ ਨੂੰ ਮੈਂ ਹਮੇਸ਼ਾ ਰਾਈਟ ਹੈਂਡ ਸਾਈਡ ਲਿਖਦਾ ਹੁੰਦਾ। ਤਾਂ ਇੱਥੇ ਦੋਵਾਂ ਜਗ੍ਹਾ 'ਤੇ ਕੀ ਫਿਜ਼ਿਕਸ ਮੇਰਾ ਆ ਸਕਦਾ ਤੇ ਇੱਥੇ ਮੈਂ ਕੀ ਲਿਖਤਾ, ਫਿਜ਼ਿਕਸ ਰਾਈਟ ਹੈਂਡ ਸਾਈਡ ਲਿਖਤਾ। ਹਾਲੇ ਮੈਨੂੰ ਕਲੀਅਰ ਨਹੀਂ ਹੈਗਾ ਵੀ ਇੱਥੇ ਕਿੱਥੇ ਆਊਗਾ ਇਹਨਾਂ ਚਾਰੀ ਜਗ੍ਹਾ ਦੇ ਵਿੱਚੋਂ। ਉਸ ਤੋਂ ਬਾਅਦ ਮੈਨੂੰ ਅੱਗੇ ਦਿੱਤਾ ਕਹਿੰਦੇ ਕਿ ਐਫ ਦਾ ਜੋ ਕੰਪਲਸਰੀ ਸਬਜੈਕਟ ਹੈ ਉਹ ਮੈਥਮੈਟਿਕਸ ਹੈ। ਐਫ ਦਾ ਕੰਪਲਸਰੀ ਸਬਜੈਕਟ ਕੀ ਹੈ, ਮੈਥ ਹੈ। ਠੀਕ ਹੈ, ਤੇ ਹੁਣ ਤੁਸੀਂ ਵੇਖੋ ਵੀ ਇਹਨਾਂ ਦੋਵਾਂ ਦਾ ਕੀ ਸੀਗਾ, ਫਿਜ਼ਿਕਸ ਇੱਕ ਕੀ ਸੀਗਾ, ਸਬਜੈਕਟ ਸੀਗਾ। ਹੁਣ ਐਫ ਦਾ ਕੰਪਲਸਰੀ ਸਬਜੈਕਟ ਜੇ ਮੈਥ ਹੈ ਤਾਂ ਇਹਦਾ ਮਤਲਬ ਇਹਦਾ ਆਪਸ਼ਨਲ ਸਬਜੈਕਟ ਕਿਹੜਾ, ਫਿਜ਼ਿਕਸ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਅੱਗੇ ਆਪਾਂ ਪੜ੍ਹਦੇ ਹਾਂ, ਅੱਗੇ ਕੀ ਦਿੱਤਾ ਕਹਿੰਦੇ ਕਿ ਵਿਚ ਇਜ਼ ਐਨ ਆਪਸ਼ਨਲ ਸਬਜੈਕਟ ਆਫ ਬੋਥ C ਐਂਡ E। C ਅਤੇ E ਦਾ ਜੋ ਮੈਥਮੈਟਿਕਸ ਹੈ ਉਹ ਕੀ ਹੈ, ਆਪਸ਼ਨਲ ਸਬਜੈਕਟ ਹੈ C ਅਤੇ E ਦਾ। ਤਾਂ ਇੱਥੇ ਵੀ ਮੈਂ ਕੀ ਲਿਖੂੰਗਾ, ਮੈਥ ਲਿਖੂੰਗਾ ਅਤੇ ਇੱਥੇ ਵੀ ਮੈਂ ਕੀ ਲਿਖੂੰਗਾ, ਮੈਥ ਲਿਖੂੰਗਾ। ਹੁਣ ਤੁਸੀਂ ਵੇਖੋ ਵੀ E ਦਾ ਇੱਕ ਸਬਜੈਕਟ ਫਿਜ਼ਿਕਸ ਆਪਾਂ ਨੂੰ ਦਿੱਤਾ ਹੋਇਆ ਸੀਗਾ ਤਾਂ ਇੱਥੇ ਖਾਲੀ ਜਗ੍ਹਾ 'ਚ ਮੈਂ ਕੀ ਲਿਖ ਦੂੰਗਾ, ਫਿਜ਼ਿਕਸ ਲਿਖ ਦੂੰਗਾ। ਠੀਕ ਹੈ, ਤਾਂ ਹੁਣ ਅੱਗੇ ਆਪਾਂ ਪੜ੍ਹਦੇ ਹਾਂ ਤੇ ਅੱਗੇ ਆਪਾਂ ਨੂੰ ਦਿੱਤਾ ਹੋਇਆ ਕਹਿੰਦੇ ਕਿ ਹਿਸਟਰੀ ਐਂਡ ਇੰਗਲਿਸ਼ ਆਰ ਏਜ਼ ਸਬਜੈਕਟ ਬਟ ਇਨ ਟਰਮ ਆਫ ਕੰਪਲਸਰੀ ਐਂਡ ਆਪਸ਼ਨਲ ਸਬਜੈਕਟ ਦੇ ਆਰ ਜਸਟ ਰਿਵਰਸ ਆਫ ਦੋਜ਼ ਆਫ ਡੀ। ਕਹਿੰਦੇ ਕਿ ਜਿਹੜੇ ਏ ਦੇ ਸਬਜੈਕਟ ਨੇ ਹਿਸਟਰੀ ਅਤੇ ਇੰਗਲਿਸ਼ ਉਹ ਦੋਵੇਂ ਹੈਗੇ, ਲੇਕਿਨ ਆਪਾਂ ਨੂੰ ਇੱਥੇ ਇਹ ਨਹੀਂ ਦਿੱਤਾ ਵੀ ਕੰਪਲਸਰੀ ਕਿਹੜਾ ਹੈ, ਹਿਸਟਰੀ ਹੈ ਕਿ ਇੰਗਲਿਸ਼ ਹੈ। ਠੀਕ ਹੈ, ਆਪਾਂ ਨੂੰ ਇਹ ਵੀ ਨਹੀਂ ਦਿੱਤਾ ਵੀ ਆਪਸ਼ਨਲ ਹਿਸਟਰੀ ਹੈ ਕਿ ਇੰਗਲਿਸ਼ ਹੈ, ਲੇਕਿਨ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਹੋਈ ਹੈ ਵੀ ਜਿਹੜੇ ਡੀ ਦੇ ਸਬਜੈਕਟ ਹੈ ਉਹਨਾਂ ਦੇ ਬਿਲਕੁਲ ਰਿਵਰਸ ਦੇ ਵਿੱਚ ਹੈ। ਜੇਕਰ ਡੀ ਦਾ ਜੋ ਆਪਸ਼ਨਲ ਸਬਜੈਕਟ ਹਿਸਟਰੀ ਹੈ ਤਾਂ ਇਹਦਾ ਮਤਲਬ ਏ ਦਾ ਸਬਜੈਕਟ ਜੋ ਹਿਸਟਰੀ ਹੈ ਉਹ ਕੀ ਹੈ, ਕੰਪਲਸਰੀ ਹੈ। ਠੀਕ ਹੈ, ਇਹਦਾ ਮਤਲਬ ਇਹ ਦੂਜੇ ਵਾਲਾ ਇਹਦਾ ਕੀ ਬਣ ਗਿਆ, ਆਪਣਾ ਇੰਗਲਿਸ਼ ਆਪਸ਼ਨਲ ਬਣ ਗਿਆ ਕਿਉਂਕਿ ਇਹਦੇ ਸਬਜੈਕਟ ਕੀ ਹੈ, ਡੀ ਦੇ ਰਿਵਰਸ ਦੇ ਵਿੱਚ ਹੈ। ਇਹਦਾ ਮਤਲਬ ਜੇਕਰ ਇਹਦਾ ਇੰਗਲਿਸ਼ ਹੈ, ਠੀਕ ਹੈ, ਤਾਂ ਇਹਦਾ ਮਤਲਬ ਇਹਦਾ ਵੀ ਕੀ ਹੋਊਗਾ, ਇੰਗਲਿਸ਼ ਹੋਊਗਾ ਕਿਉਂਕਿ ਇਹ ਦੋਵੇਂ ਸਬਜੈਕਟ ਕੀ ਸੀਗੇ, ਡੀ ਦੇ ਰਿਵਰਸ ਦੇ ਵਿੱਚ ਸੀਗੇ, ਹੈ ਨਾ। ਤਾਂ ਹੁਣ ਤੁਸੀਂ ਇੱਕ ਚੀਜ਼ ਵੇਖੋ ਵੀ ਆਪਾਂ ਨੂੰ ਇੱਥੇ ਇਹ ਜਾਣਕਾਰੀ ਦਿੱਤੀ ਹੋਈ ਸੀਗੀ ਵੀ 3 ਕੰਪਲਸਰੀ ਜੋ ਸਬਜੈਕਟ ਪੜ੍ਹਾ ਰਹੇ ਸੀਗੇ ਹਿਸਟਰੀ ਉਹ 3 ਜਣੇ ਸੀਗੇ। ਠੀਕ ਹੈ, ਇਹ ਆਲਰੇਡੀ ਆਪਾਂ ਹਿਸਟਰੀ ਭਰ ਚੁੱਕੇ ਹਾਂ, 2 ਜਣੇ ਰਹਿ ਗਏ, ਉਹਨਾਂ ਦੇ ਵਿੱਚ ਵੀ ਆਪਾਂ ਕੀ ਕਰ ਦਾਂਗੇ, ਹਿਸਟਰੀ ਫਿਲ ਆਊਟ ਕਰ ਦਾਂਗੇ। ਠੀਕ ਹੈ, ਹੁਣ ਆਪਣਾ ਇੱਕ ਜਗ੍ਹਾ ਰਹਿ ਗਈ ਇੱਥੇ ਆਪਾਂ ਕਿਹੜਾ ਭਰਨਾ ਹੈ ਤਾਂ ਉਹ ਆਪਾਂ ਨੂੰ ਅਗਲੀ ਲਾਈਨ ਦੇ ਵਿੱਚ ਦੇ ਰੱਖਿਆ। ਕਹਿੰਦੇ ਕਿ ਕੈਮਿਸਟਰੀ ਇਜ਼ ਐਨ ਆਪਸ਼ਨਲ ਸਬਜੈਕਟ ਆਫ ਓਨਲੀ ਵਨ ਆਫ them। ਸਿਰਫ ਇੱਕੋ ਵਿਅਕਤੀ ਹੈ ਜਿਹਦਾ ਕੈਮਿਸਟਰੀ ਕੀ ਹੈ, ਆਪਸ਼ਨਲ ਸਬਜੈਕਟ ਹੈ। ਤਾਂ ਇੱਥੇ ਮੈਂ ਕੀ ਕਰੂੰਗਾ, ਕੈਮਿਸਟਰੀ ਭਰ ਦੂੰਗਾ। ਆਪਣੀ ਜੋ ਟੇਬਲ ਹੈ ਉਹ ਤਿਆਰ ਹੋ ਚੁੱਕਿਆ ਹੈ
ਤੇ ਅਗਲੀ ਜੋ ਲਾਸਟ ਲਾਈਨ ਹੈ ਉਹਦੇ ਵਿੱਚ ਆਪਾਂ ਨੂੰ ਦਿੱਤਾ ਹੈ, ਕਹਿੰਦੇ ਕਿ ਓਨਲੀ ਫੀਮੇਲ ਟੀਚਰ ਇਨ ਦੀ ਸਕੂਲ ਹੈਜ਼ ਇੰਗਲਿਸ਼ ਐਜ਼ ਹਰ ਕੰਪਲਸਰੀ ਸਬਜੈਕਟ। ਜਿਹੜਾ ਓਨਲੀ ਇੱਕ ਫੀਮੇਲ ਹੈ ਇਸ ਸਕੂਲ ਦੇ ਵਿੱਚ, ਉਹਦਾ ਜੋ ਕੰਪਲਸਰੀ ਸਬਜੈਕਟ ਹੈ ਉਹ ਕਿਹੜਾ ਹੈ? ਇੰਗਲਿਸ਼ ਹੈ। ਤਾਂ ਤੁਸੀਂ ਵੇਖੋ ਕੰਪਲਸਰੀ ਸਬਜੈਕਟ ਕਿਹੜੇ ਦਾ? ਇੰਗਲਿਸ਼ ਹੈ। ਤਾਂ ਇੱਥੇ ਡੀ ਦਾ ਕੰਪਲਸਰੀ ਸਬਜੈਕਟ ਕੀ ਹੈ? ਇੰਗਲਿਸ਼ ਹੈ। ਤਾਂ ਆਪਾਂ ਇੱਥੇ ਕੀ ਭਰ ਦਾਂਗੇ? ਇਹਨੂੰ ਫੀਮੇਲ ਬਣਾ ਦਾਂਗੇ। ਤੇ ਤੁਸੀਂ ਜਾਣਦੇ ਹੋ ਜੇਕਰ ਤੁਸੀਂ ਬਲੱਡ ਰਿਲੇਸ਼ਨ ਵਾਲੇ ਮੇਰੇ ਕੁਐਸਚਨ ਕੀਤੇ ਤਾਂ ਤੁਹਾਨੂੰ ਪਤਾ ਹੋਊਗਾ ਵੀ ਜਦੋਂ ਵੀ ਆਪਾਂ ਕਿਸੇ ਪਰਸਨ ਨੂੰ ਫੀਮੇਲ ਰਿਪਰੈਜ਼ੈਂਟ ਕਰਨਾ ਤਾਂ ਆਪਾਂ ਉਹਦੇ ਉੱਪਰ ਗੋਲਾ ਲਗਾਉਣੇ ਆ, ਤੇ ਜੇਕਰ ਆਪਾਂ ਨੂੰ ਮੇਲ ਰਿਪਰੈਜ਼ੈਂਟ ਕਰਨਾ ਤਾਂ ਆਪਾਂ ਉਹਦੇ ਉੱਤੇ ਇੱਕ ਸਕੇਅਰ ਡਰਾ ਕਰਦੇ ਆ। ਤਾਂ ਇੱਥੇ ਆਪਾਂ ਡੀ ਨੂੰ ਫੀਮੇਲ ਰਿਪਰੈਜ਼ੈਂਟ ਕਰਨਾ ਤਾਂ ਆਪਾਂ ਡੀ ਦੇ ਉੱਤੇ ਕੀ ਕਰ ਦਾਂਗੇ? ਇੱਕ ਗੋਲਾ ਸਰਕਲ ਲਗਾ ਦਾਂਗੇ। ਆਪਣਾ ਕੁਐਸਚਨ ਜੋ ਬਣ ਚੁੱਕੇ ਤੇ ਹੁਣ ਆਪਾਂ ਆਨਸਰ ਲਗਾਉਣੇ ਨਹੀਂ, ਠੀਕ ਹੈ। ਤਾਂ ਆਪਾਂ ਕੀ ਕਰਦੇ ਹਾਂ? 1 ਬਾਏ 1 ਕੁਐਸਚਨ ਨੂੰ ਵੇਖਦੇ ਹਾਂ ਤੇ ਫਿਰ ਉਸ ਦੇ ਅਕੋਰਡਿੰਗ ਆਪਾਂ ਆਪਣਾ ਜੋ ਆਨਸਰ ਹੈ ਉਸ ਨੂੰ ਫਾਈਂਡ ਆਊਟ ਕਰਦੇ ਹਾਂ, ਠੀਕ ਹੈ। ਤਾਂ ਇੱਥੇ ਆਪਾਂ ਨੂੰ ਪੁੱਛਿਆ ਗਿਆ, ਕਹਿੰਦੇ ਕਿ ਵਾਟ ਇਜ਼ ਸੀਜ਼ ਕੰਪਲਸਰੀ ਸਬਜੈਕਟ। ਸੀ ਦਾ ਕੰਪਲਸਰੀ ਸਬਜੈਕਟ ਕਿਹੜਾ ਹੈ? ਤਾਂ ਇੱਥੇ ਆਪਾਂ ਨੂੰ ਦਿੱਤਾ ਹੋਇਆ ਕਿ ਸੀ ਦਾ ਜੋ ਕੰਪਲਸਰੀ ਸਬਜੈਕਟ ਹੈ ਹਿਸਟਰੀ ਹੈ, ਤੇ ਇੱਥੇ ਆਪਣਾ ਕੀ ਬਣ ਜੂਗਾ? ਰਾਈਟ ਆਨਸਰ ਹਿਸਟਰੀ ਬਣ ਜੂਗਾ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਅੱਗੇ ਵੇਖਦੇ ਹਾਂ ਅਗਲਾ ਕੁਐਸਚਨ। ਤਾਂ ਅਗਲੇ ਕੁਐਸਚਨ ਦੇ ਵਿੱਚ ਆਪਾਂ ਨੂੰ ਦਿੱਤਾ, ਕਹਿੰਦੇ ਕਿ ਹੂ ਇਜ਼ ਦੀ ਫੀਮੇਲ ਮੈਂਬਰ ਇਨ ਦੀ ਗਰੁੱਪ। ਫੀਮੇਲ ਮੈਂਬਰ ਕਿਹੜਾ ਗਰੁੱਪ ਦੇ ਵਿੱਚ? ਤਾਂ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਡੀ ਕੀ ਫੀਮੇਲ ਮੈਂਬਰ ਹੈ। ਤਾਂ ਆਪਣਾ ਜੋ ਰਾਈਟ ਆਨਸਰ ਹੈ ਉਹ ਕਿਹੜਾ ਬਣਦਾ ਹੈ? ਡੀ ਆਪਸ਼ਨ ਹੀ ਬਣਦਾ ਹੈ, ਜਿਹਦੇ ਵਿੱਚ ਆਪਾਂ ਨੂੰ ਡੀ ਦਿੱਤਾ ਹੋਇਆ। ਉਸ ਤੋਂ ਬਾਅਦ ਅੱਗੇ ਆਪਾਂ ਨੂੰ ਦਿੱਤਾ, ਕਹਿੰਦੇ ਕਿ ਵਿਚ ਆਫ ਦੀ ਫੋਲੋਇੰਗ ਹੈਵ ਸੇਮ ਸਬਜੈਕਟ ਕੰਪਲਸਰੀ ਐਂਡ ਆਪਸ਼ਨਲ ਐਜ਼ ਦੋਜ਼ ਆਫ ਐਫ। ਤਾਂ ਇਹਨਾਂ ਨੇ ਪੁੱਛਿਆ ਵੀ ਐਫ ਜਿਹੜੇ ਸਬਜੈਕਟ ਪੜ੍ਹਾਉਂਦਾ ਹੈ ਕੰਪਲਸਰੀ ਅਤੇ ਆਪਸ਼ਨਲ ਸੇਮ ਕਿਹੜੇ ਵਿਅਕਤੀ ਦੇ ਨੇ? ਤਾਂ ਸੇਮ ਕਿਸੇ ਦੇ ਵੀ ਨਹੀਂ ਹੈਗੀ, ਠੀਕ ਹੈ। ਤਾਂ ਇਹਦਾ ਜੋ ਰਾਈਟ ਆਨਸਰ ਬਣਦਾ ਉਹ ਕੀ ਬਣਦਾ? ਨਨ ਆਫ ਥੀਸ ਬਣਦਾ ਹੈ। ਉਸ ਤੋਂ ਅਗਲੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ, ਕਹਿੰਦੇ ਕਿ ਡਿਸਰਿਗਾਰਡਿੰਗ ਵਿਚ ਇਜ਼ ਕੰਪਲਸਰੀ ਐਂਡ ਵਿਚ ਇਜ਼ ਆਪਸ਼ਨਲ। ਜੇਕਰ ਆਪਾਂ ਇਹ ਚੀਜ਼ ਛੱਡ ਦਈਏ ਵੀ ਕਿਹੜਾ ਕੰਪਲਸਰੀ ਹੈ ਤੇ ਕਿਹੜਾ ਆਪਸ਼ਨਲ ਹੈ, ਠੀਕ ਹੈ। ਤਾਂ ਆਪਾਂ ਇਹ ਦੱਸਣਾ ਹੈ ਵੀ ਐਫ ਵਾਂਗ ਜੋ ਕੰਬੀਨੇਸ਼ਨ ਬਣਦਾ ਸਬਜੈਕਟਾਂ ਦਾ ਉਹ ਹੋਰ ਕਿਹੜੇ ਵਿਅਕਤੀ ਦਾ ਬਣਦਾ? ਤਾਂ ਉਹ ਈ ਦਾ ਬਣਦਾ, ਠੀਕ ਹੈ। ਕਿਉਂਕਿ ਇੱਥੇ ਤੁਸੀਂ ਵੇਖ ਸਕਦੇ ਹੋ ਵੀ ਐਫ ਦਾ ਮੈਥ ਅਤੇ ਫਿਜ਼ਿਕਸ ਕੀ ਹੈ? ਇੱਕ ਸਬਜੈਕਟ ਹੈ। ਉਸੇ ਤਰ੍ਹਾਂ ਈ ਦਾ ਵੀ ਕੀ ਹੈ? ਮੈਥ ਅਤੇ ਫਿਜ਼ਿਕਸ ਇੱਕ ਸਬਜੈਕਟ ਹੈ। ਚਾਹੇ ਉਹ ਕੀ ਹੈ? ਰਿਵਰਸ ਆਰਡਰ ਦੇ ਵਿੱਚ ਹੈ, ਲੇਕਿਨ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਆਪਾਂ ਇਸ ਚੀਜ਼ ਨੂੰ ਕੀ ਕਰ ਸਕਦੇ ਹਾਂ? ਸਕਿਪ ਕਰ ਸਕਦੇ ਹਾਂ, ਠੀਕ ਹੈ। ਤਾਂ ਉਸ ਤੋਂ ਬਾਅਦ ਅੱਗੇ ਆਪਾਂ ਨੂੰ ਦਿੱਤਾ ਹੈ, ਕਹਿੰਦੇ ਕਿ ਹਿਸਟਰੀ ਕੰਪਲਸਰੀ ਸਬਜੈਕਟ ਕਿੰਨਾ ਦਾ ਹੈ, ਠੀਕ ਹੈ। ਪੰਜਵੇਂ ਕੁਐਸਚਨ ਦੇ ਵਿੱਚ ਆਪਾਂ ਨੂੰ ਤੋਂ ਇਹ ਪੁੱਛਿਆ ਗਿਆ ਤਾਂ ਹਿਸਟਰੀ ਜੋ ਹੈ ਉਹ ਏ ਬੀ ਅਤੇ ਸੀ ਦਾ ਕੀ ਹੈ? ਕੰਪਲਸਰੀ ਸਬਜੈਕਟ ਹੈ। ਤਾਂ ਇੱਥੇ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਏ ਬੀ ਅਤੇ ਸੀ ਦਾ ਜੋ ਹਿਸਟਰੀ ਹੈ ਉਹ ਕੀ ਆਪਣਾ ਕੰਪਲਸਰੀ ਸਬਜੈਕਟ ਹੈ, ਠੀਕ ਹੈ। ਤਾਂ ਆਪਾਂ ਅਗਲਾ ਕੁਐਸਚਨ ਸੋਲਵ ਕਰਦੇ ਹਾਂ। ਕਾਫੀ ਅੱਛਾ ਇਹ ਕੁਐਸਚਨ ਹੈ, ਪੀਪੀਐਸਸੀ ਦੇ ਪ੍ਰਿੰਸੀਪਲ ਹੈਡਮਾਸਟਰ ਅਤੇ ਬੀਪੀਓ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਇਆ ਸੀਗਾ। ਤੇ ਹੁਣ ਤਾਂ ਤੁਸੀਂ ਖੁਦ ਵੀ ਇਹ ਕੁਐਸਚਨ ਸੋਲਵ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਜੋ ਟ੍ਰਿਕ ਹੈ ਉਹ ਸਮਝ ਆ ਚੁੱਕੀ ਹੋਊਗੀ। ਆਪਾਂ ਕਲਾਸੀਫਿਕੇਸ਼ਨ ਵਾਲੀ ਜੋ ਪਜ਼ਲ ਹੁੰਦੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਪੁਆਇੰਟਸ ਕਲੈਕਟ ਕਰਨੇ ਨੇ, ਉਸ ਤੋਂ ਬਾਅਦ ਇੱਕ ਟੇਬਲ ਤਿਆਰ ਕਰਨਾ ਹੈ, ਠੀਕ ਹੈ। ਬਸ ਇੰਨੀ ਕੀ ਚੀਜ਼ ਹੈ। ਟੇਬਲ ਤਿਆਰ ਕਰਨ ਵੇਲੇ ਜੋ ਚੀਜ਼ ਆਪਾਂ ਧਿਆਨ ਵਿੱਚ ਰੱਖਣੀ ਹੋਏਗੀ, ਲੈਫਟ ਸਾਈਡ ਆਪਾਂ ਕੀ ਰੱਖਣਾ ਹੈ। ਜੇਕਰ ਆਪਾਂ ਇਹ ਡਿਸਾਈਡ ਕਰ ਲਿਆ ਤਾਂ ਆਪਣੀ ਪਜ਼ਲ ਸੋਲਵ ਹੋ ਜਾਊਗੀ, ਅਦਰਵਾਈਜ਼ ਆਪਾਂ ਨੂੰ ਪਜ਼ਲ ਸੋਲਵ ਕਰਨ ਦੇ ਵਿੱਚ ਦਿੱਕਤ ਆਊਗੀ, ਠੀਕ ਹੈ। ਤਾਂ ਇੱਥੇ ਤੁਸੀਂ ਵੇਖੋ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਦਿੱਤਾ। ਤਾਂ ਆਪਾਂ ਨੂੰ ਦਿੱਤਾ ਕਹਿੰਦੇ ਕਿ 4 ਯੰਗ ਮੈਨ ਨੇ, ਅਨਿਲ, ਮੁਕੇਸ਼, ਪੀਯੂਸ਼, ਯੋਗੇਸ਼। ਤਾਂ ਅੱਗੇ ਆਪਾਂ ਨੂੰ ਦਿੱਤਾ ਹੈ ਕਹਿੰਦੇ ਕਿ ਇਹਨਾਂ ਦਾ ਜੋ ਨਿਕਨੇਮ ਹੈ ਉਹ ਮੁੰਨਾ, ਬੱਬੂ, ਪ੍ਰਿੰਸ, ਪੱਪੂ ਇਹ ਹੈ, ਠੀਕ ਹੈ। ਤੇ ਇਹਨਾਂ ਦੀ ਮੈਰਿਜ ਹੋਈ ਹੋਈ ਹੈ ਮਧੂ, ਸੁਨੰਦਾ, ਜੋਤੀ ਅਤੇ ਆਰਤੀ ਦੇ ਨਾਲ। ਤੇ ਉਸ ਤੋਂ ਬਾਅਦ ਆਪਾਂ ਨੂੰ ਡਾਟਾ ਇਹਨਾਂ ਨੇ ਦੇਣਾ ਸ਼ੁਰੂ ਕਰ ਦਿੱਤਾ ਹੈ, ਠੀਕ ਹੈ। ਤਾਂ ਆਪਾਂ ਮੇਨਲੀ ਜੋ ਟੇਬਲ ਤਿਆਰ ਕਰਨਾ ਹੈ ਉਹ ਇਹਨਾਂ 2 ਪੁਆਇੰਟਾਂ ਦੇ ਅਕੋਰਡਿੰਗ ਤਿਆਰ ਕਰਨਾ ਹੈ। ਤੇ ਆਪਾਂ ਨੂੰ ਜੋ ਮੇਨ ਚੀਜ਼ ਇੱਥੇ ਦਿੱਤੀ ਹੈ, ਜੋ ਕੀ ਪੁਆਇੰਟਸ ਦਿੱਤੇ ਨੇ, ਇੱਕ ਤਾਂ ਨਾਮ ਦਿੱਤਾ ਹੈ ਪਰਸਨਸ ਦਾ ਜੋ ਕਿ ਅਨਿਲ, ਮੁਕੇਸ਼, ਪੀਯੂਸ਼, ਯੋਗੇਸ਼ ਹੈ, ਉਹਨਾਂ ਦੇ ਨਿਕਨੇਮ ਦਿੱਤੇ ਨਹੀਂ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਕਿੰਨਾ ਨਾਲ ਹੋਈ ਆਪਾਂ ਨੂੰ ਇਹ ਦਿੱਤਾ ਹੋਇਆ, ਠੀਕ ਹੈ। ਤਾਂ ਆਪਾਂ ਟੇਬਲ ਜੋ ਤਿਆਰ ਕਰਨਾ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤਿਆਰ ਕਰਨਾ। ਤਾਂ ਆਪਾਂ ਇੱਕ ਟੇਬਲ ਬਣਾ ਲੈਂਦੇ ਹਾਂ, ਠੀਕ ਹੈ। ਮੇਨ ਚੀਜ਼ ਟੇਬਲ ਦੇ ਵਿੱਚ ਕੀ ਹੁੰਦੀ ਹੈ ਕਿ ਲੈਫਟ ਹੈਂਡ ਸਾਈਡ ਆਪਾਂ ਕੀ ਚੀਜ਼ ਰੱਖਣੀ ਹੈ, ਠੀਕ ਹੈ। ਤਾਂ ਜਦੋਂ ਤੁਸੀਂ ਇਸ ਪੈਰਾਗ੍ਰਾਫ ਨੂੰ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਨੂੰ ਜੋ ਜ਼ਿਆਦਾ ਜਾਣਕਾਰੀ ਦਿੱਤੀ ਹੈ ਉਹ ਔਰਤਾਂ ਬਾਰੇ ਦਿੱਤੀ ਹੋਈ ਹੈ, ਠੀਕ ਹੈ। ਤਾਂ ਔਰਤਾਂ ਨੂੰ ਆਪਾਂ ਕੀ ਕਰਾਂਗੇ? ਲੈਫਟ ਹੈਂਡ ਸਾਈਡ ਰੱਖਾਂਗੇ ਕਿਉਂਕਿ ਆਪਾਂ ਨੂੰ ਔਰਤਾਂ ਬਾਰੇ ਜੋ ਜਾਣਕਾਰੀ ਉਹ ਹਰ ਪੁਆਇੰਟ ਦੇ ਵਿੱਚ ਦਿੱਤੀ ਹੋਈ ਹੈ, ਠੀਕ ਹੈ। ਤਾਂ ਆਪਾਂ ਲੈਫਟ ਹੈਂਡ ਸਾਈਡ ਕੀ ਕਰਦੇ ਹਾਂ? ਔਰਤਾਂ ਨੂੰ ਰੱਖ ਲੈਂਦੇ ਹਾਂ। ਔਰਤਾਂ ਕਿਹੜੀਆਂ ਨੇ? ਮਧੂ, ਉਸ ਤੋਂ ਬਾਅਦ ਸੁਨੰਦਾ, ਫਿਰ ਜੋਤੀ ਅਤੇ ਲਾਸਟ ਦੇ ਵਿੱਚ ਆਰਤੀ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਹਸਬੈਂਡ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਕੀ ਨੇ? ਨਿਕਨੇਮ ਨੇ, ਠੀਕ ਹੈ। ਇਹਨਾਂ ਹਸਬੈਂਡਸ ਦੇ ਨਿਕਨੇਮ ਨੇ, ਠੀਕ ਹੈ। ਤਾਂ ਅੱਗੇ ਆਪਾਂ ਹੁਣ ਕੁਐਸਚਨ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਪਹਿਲੀ ਜੋ ਲਾਈਨ ਹੈ ਉਸ ਦੇ ਵਿੱਚ ਆਪਾਂ ਨੂੰ ਦਿੱਤਾ ਹੈ ਕਹਿੰਦੇ ਕਿ ਆਰਤੀ ਤੇ ਜੋ ਮਧੂ ਹੈ
ਇਹ ਪਿਊਸ਼ ਤੇ ਅਨਿਲ ਦੇ ਨਾਲ ਇਹਨਾਂ ਦੀ ਮੈਰਿਜ ਨਹੀਂ ਹੋਈ, ਨਾ ਹੀ ਇਹਨਾਂ ਦੇ ਜੋ ਹਸਬੈਂਡ ਨੇ ਉਹਨਾਂ ਨੂੰ ਬੱਬੂ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਕਿੰਨਾ ਦੀ ਗੱਲ ਕੀਤੀ ਹੈ? ਇਹਨਾਂ ਦੋ ਫੀਮੇਲਸ ਦੀ ਗੱਲ ਕੀਤੀ ਹੈ। ਮਤਲਬ ਇਹ ਜੋ ਦੋ ਫੀਮੇਲਸ ਨੇ ਇਹਨਾਂ ਦੀ ਜੋ ਮੈਰਿਜ ਹੈ ਨਾ ਤਾਂ ਪਿਊਸ਼ ਨਾਲ ਹੋਈ ਹੈ, ਨਾ ਆਰਤੀ ਨਾਲ ਹੋਈ ਹੈ, ਅਤੇ ਨਾ ਹੀ ਇਹਨਾਂ ਦੇ ਹਸਬੈਂਡ ਨੂੰ ਬੱਬੂ ਕਹਿੰਦੇ ਹੈ। ਠੀਕ ਹੈ, ਤਾਂ ਇਹ ਜਾਣਕਾਰੀ ਇੱਥੇ ਆਪਾਂ ਨੂੰ ਦਿੱਤੀ ਗਈ ਹੈ। ਉਸ ਤੋਂ ਅਗਲੀ ਲਾਈਨ ਦੇ ਵਿੱਚ ਆਪਾਂ ਨੂੰ ਦਿੱਤਾ, ਕਹਿੰਦੇ ਕਿ ਬੱਬੂ ਇਜ਼ ਨਾਟ ਮੈਰਿਡ ਟੂ ਸੁਨੰਦਾ। ਹੁਣ ਪਹਿਲਾਂ ਆਪਾਂ ਨੂੰ ਪਿਛਲੀ ਲਾਈਨ ਦੇ ਵਿੱਚ ਕਹਿ ਕੇ ਹਟੇ ਵੀ ਇਹਨਾਂ ਦੇ ਨਾਲ ਬੱਬੂ ਨਹੀਂ ਆ ਸਕਦਾ ਦੋਵਾਂ ਨਾਲ। ਹੁਣ ਆਪਾਂ ਨੂੰ ਅਗਲੀ ਲਾਈਨ ਵਿੱਚ ਕਹਿੰਦੇ ਵੀ ਸੁਨੰਦਾ ਨਾਲ ਵੀ ਨਹੀਂ ਆ ਸਕਦਾ। ਇਹਦਾ ਮਤਲਬ ਬੱਬੂ ਸਿਰਫ ਤੇ ਸਿਰਫ ਇੱਕੋ ਜਗ੍ਹਾ ਤੇ ਆ ਸਕਦਾ, ਉਹ ਕੀ ਹੈ? ਏ ਵਾਲੀ ਜਗ੍ਹਾ। ਠੀਕ ਹੈ, ਤਾਂ ਆਪਾਂ ਇੱਥੇ ਕੀ ਕਰਤਾ? ਬੱਬੂ ਨੂੰ ਫਿਲ ਆਊਟ ਕਰਤਾ। ਠੀਕ ਹੈ, ਤਾਂ ਉਸ ਤੋਂ ਬਾਅਦ ਅੱਗੇ ਆਪਾਂ ਪੜ੍ਹਦੇ ਹਾਂ ਕਿ ਆਪਾਂ ਨੂੰ ਕੀ ਜਾਣਕਾਰੀ ਦਿੱਤੀ ਹੈ। ਅੱਗੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ, ਕਹਿੰਦੇ ਕਿ ਐਂਡ ਹਿਜ਼ ਨੇਮ ਇਜ਼ ਨੋਟ ਪਿਊਸ਼। ਕਹਿੰਦੇ ਕਿ ਜੋ ਬੱਬੂ ਹੈ ਉਹਦਾ ਨਾਮ ਕੀ ਨਹੀਂ ਹੈਗਾ? ਪਿਊਸ਼ ਨਹੀਂ ਹੈਗਾ। ਇਹਦਾ ਮਤਲਬ ਇੱਥੇ ਪਿਊਸ਼ ਨਹੀਂ ਆ ਸਕਦਾ। ਠੀਕ ਹੈ, ਹੁਣ ਤੁਸੀਂ ਇੱਕ ਚੀਜ਼ ਵੇਖੋ ਵੀ ਪਿਊਸ਼ ਨਾ ਤਾਂ ਇੱਥੇ ਆ ਸਕਦਾ ਸੀ, ਨਾ ਹੀ ਇੱਥੇ ਆ ਸਕਦਾ ਸੀ, ਕਿਉਂਕਿ ਆਪਾਂ ਨੂੰ ਪਿਛਲੀ ਲਾਈਨ ਦੇ ਵਿੱਚ ਇੱਥੇ ਦਿੱਤਾ ਹੋਇਆ ਸੀਗਾ। ਤੇ ਹੁਣ ਕਹਿੰਦੇ ਵੀ ਬੱਬੂ ਦਾ ਨਾਮ ਕੀ ਹੈ? ਪਿਊਸ਼ ਨਹੀਂ ਹੈਗਾ। ਤਾਂ ਮਤਲਬ ਪਿਊਸ਼ ਇੱਕੋ ਇੱਕ ਵਿਅਕਤੀ ਦਾ ਨਾਮ ਹੋ ਸਕਦਾ, ਉਹ ਕਿਹੜਾ? ਏ ਵਾਲਾ। ਠੀਕ ਹੈ, ਹੁਣ ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਆਰਤੀ ਜੋ ਸੀਗੀ ਉਸ ਦਾ ਜੋ ਹਸਬੈਂਡ ਸੀਗਾ ਉਹ ਕੌਣ ਨਹੀਂ ਹੋ ਸਕਦਾ ਸੀ? ਅਨਿਲ ਨਹੀਂ ਹੋ ਸਕਦਾ ਸੀ। ਇੱਥੇ ਮੈਂ ਆਰਤੀ ਲਿਖਤਾ, ਇੱਥੇ ਕੀ ਹੋਣਾ ਸੀ? ਅਨਿਲ ਹੋਣਾ ਸੀ। ਠੀਕ ਹੈ, ਇੱਥੇ ਅਨਿਲ ਹੋਣਾ ਸੀਗਾ, ਤਾਂ ਉਹ ਕੀ ਹੈ? ਹੋ ਨਹੀਂ ਸਕਦਾ। ਠੀਕ ਹੈ, ਤਾਂ ਇੱਥੇ ਹੁਣ ਤੁਸੀਂ ਵੇਖੋ ਵੀ ਜੇਕਰ ਇੱਥੇ ਅਨਿਲ ਨਹੀਂ ਆ ਸਕਦਾ ਤੇ ਇੱਥੇ ਅਨਿਲ ਨਹੀਂ ਆ ਸਕਦਾ ਤਾਂ ਅਨਿਲ ਕਿੱਥੇ ਆਊਗਾ? ਇੱਥੇ ਆਊਗਾ। ਠੀਕ ਹੈ, ਤਾਂ ਆਪਣਾ ਇਹ ਵੀ ਆਪਾਂ ਡਾਟਾ ਕੀ ਕਰਤਾ? ਫਿਲ ਆਊਟ ਕਰਤਾ। ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਆਪਾਂ ਨੂੰ ਦਿੱਤਾ, ਕਹਿੰਦੇ ਕਿ ਸੁਨੰਦਾ ਇਜ਼ ਨਾਟ ਮੈਰਿਡ ਟੂ ਮੁੰਨਾ। ਜੋ ਸੁਨੰਦਾ ਹੈ ਉਹ ਮੈਰਿਜ ਕਿਹਦੇ ਨਾਲ ਨਹੀਂ ਹੋਈ? ਉਹਦੀ ਮੁੰਨਾ ਨਾਲ ਨਹੀਂ ਹੋਈ। ਇਹਦਾ ਮਤਲਬ ਇੱਥੇ ਕੌਣ ਨਹੀਂ ਆ ਸਕਦਾ? ਮੁੰਨਾ ਨਹੀਂ ਆ ਸਕਦਾ। ਠੀਕ ਹੈ, ਜਿਹੜੀ ਵੀ ਚੀਜ਼ ਪੋਸੀਬਲ ਨਹੀਂ ਹੈਗੀ ਮੈਂ ਹਮੇਸ਼ਾ ਲੈਫਟ ਹੈਂਡ ਸਾਈਡ ਲਿਖਦਾ। ਠੀਕ ਹੈ, ਤਾਂ ਮੁੰਨਾ ਇੱਥੇ ਨਹੀਂ ਆ ਸਕਦਾ। ਠੀਕ ਹੈ, ਇੱਥੇ ਨਹੀਂ ਆ ਸਕਦਾ, ਤਾਂ ਮਤਲਬ ਮੁੰਨਾ ਜਾਂ ਤਾਂ ਇੱਥੇ ਆਊਗਾ ਜਾਂ ਮੁੰਨਾ ਕਿੱਥੇ ਆਊਗਾ? ਇੱਥੇ ਆਊਗਾ। ਠੀਕ ਹੈ, ਤਾਂ ਅੱਗੇ ਆਪਾਂ ਨੂੰ ਲਾਈਨ ਦੇ ਵਿੱਚ ਦਿੱਤਾ, ਕਹਿੰਦੇ ਕਿ ਮੁਕੇਸ਼ ਇਜ਼ ਨੈਦਰ ਮੁੰਨਾ। ਮੁਕੇਸ਼ ਮੁੰਨਾ ਨਹੀਂ ਹੈਗਾ, ਨਾ ਹੀ ਉਹ ਪ੍ਰਿੰਸ ਹੈ। ਠੀਕ ਹੈ, ਤੇ ਅੱਗੇ ਆਪਾਂ ਨੂੰ ਦਿੱਤਾ ਹੈ, ਕਹਿੰਦੇ ਕਿ ਐਂਡ ਇਜ਼ ਨਾਟ ਮੈਰਿਡ ਟੂ ਮਧੂ। ਅਤੇ ਜੋ ਮੁਕੇਸ਼ ਹੈ ਉਹ ਮਧੂ ਦੇ ਨਾਲ ਨਹੀਂ ਵਿਆਹ ਹੋਇਆ। ਮੁਕੇਸ਼ ਇੱਥੇ ਆ ਨਹੀਂ ਸਕਦਾ। ਇਹਦਾ ਮਤਲਬ ਮੁਕੇਸ਼ ਲਈ ਇੱਕੋ ਇੱਕ ਜਗ੍ਹਾ ਰਹਿ ਗਈ, ਇਹ ਵਾਲੀ, ਤਾਂ ਇੱਥੇ ਮੁਕੇਸ਼ ਆ ਗਿਆ। ਅਤੇ ਇੱਥੇ ਜੋ ਇੱਕ ਪਰਸਨ ਰਹਿ ਗਿਆ ਉਹ ਕਿਹੜਾ ਪਰਸਨ ਹੈ? ਉਹ ਹੈਗਾ ਯੋਗੇਸ਼, ਉਹ ਇੱਥੇ ਆ ਗਿਆ। ਹੁਣ ਇਸੇ ਲਾਈਨ ਨੂੰ ਦੁਬਾਰਾ ਪੜ੍ਹੋ, ਕਹਿੰਦੇ ਕਿ ਮੁਕੇਸ਼ ਇਜ਼ ਨੈਦਰ ਮੁੰਨਾ। ਜੋ ਮੁਕੇਸ਼ ਆ ਉਹ ਮੁੰਨਾ ਵੀ ਨਹੀਂ ਹੈਗਾ ਤੇ ਪ੍ਰਿੰਸ ਵੀ ਨਹੀਂ ਹੈਗਾ। ਠੀਕ ਹੈ, ਤਾਂ ਇਹਦਾ ਮਤਲਬ ਇੱਕੋ ਇੱਕ ਵਿਅਕਤੀ ਰਹਿ ਗਿਆ। ਉਹ ਕਿਹੜਾ ਵਿਅਕਤੀ ਰਹਿ ਗਿਆ? ਉਹ ਰਹਿ ਗਿਆ ਆਪਣਾ ਪੱਪੂ। ਤਾਂ ਇੱਥੇ ਕਿਹੜਾ ਆ ਗਿਆ? ਪੱਪੂ ਆ ਗਿਆ। ਠੀਕ ਹੈ, ਤਾਂ ਇੱਥੇ ਹੁਣ ਮੁੰਨਾ ਆ ਨਹੀਂ ਸਕਦਾ ਕਿਉਂਕਿ ਇੱਥੇ ਆਲਰੇਡੀ ਕੀ ਆ ਗਿਆ? ਪੱਪੂ ਆ ਗਿਆ। ਇਹਦਾ ਮਤਲਬ ਮੁੰਨਾ ਕਿੱਥੇ ਆਊਗਾ? ਇੱਥੇ। ਅਤੇ ਜੋ ਲਾਸਟ ਬੰਦਾ ਰਹਿ ਗਿਆ ਇੱਥੇ, ਉਹ ਕਿਹੜਾ ਰਹਿ ਗਿਆ ਆਪਣਾ? ਉਹ ਰਹਿ ਗਿਆ ਆਪਣਾ ਪ੍ਰਿੰਸ। ਠੀਕ ਹੈ, ਤਾਂ ਪ੍ਰਿੰਸ ਕਿੱਥੇ ਆ ਗਿਆ? ਇੱਥੇ ਆ ਗਿਆ। ਤੇ ਆਪਣੀ ਪਜ਼ਲ ਜੋ ਸੋਲਵ ਹੋ ਚੁੱਕੀ ਹੈ। ਠੀਕ ਹੈ, ਤੇ ਹੁਣ ਆਪਾਂ ਜੋ ਆਪਾਂ ਨੂੰ ਕੁਐਸਚਨ ਦਿੱਤੇ ਗਏ ਨੇ ਉਹਦੇ ਆਪਾਂ ਆਨਸਰ ਫਾਈਂਡ ਆਊਟ ਕਰਦੇ ਹਾਂ। ਤਾਂ ਆਪਾਂ ਨੂੰ ਦਿੱਤਾ, ਕਹਿੰਦੇ ਵੀ ਕਿਹੜਾ ਕੰਬੀਨੇਸ਼ਨ ਇਨਕਰੈਕਟ ਹੈ ਹਸਬੈਂਡ ਵਾਈਫ ਦਾ? ਮੁੰਨਾ ਅਤੇ ਮਧੂ। ਕਿ ਮੁੰਨਾ ਮਧੂ ਦੇ ਨਾਲ ਮੈਰਿਡ ਹੈ, ਬਿਲਕੁਲ ਠੀਕ ਹੈ। ਬੱਬੂ ਜੋਤੀ ਦੇ ਨਾਲ ਮੈਰਿਡ ਹੈ, ਤਾਂ ਬਿਲਕੁਲ ਠੀਕ ਹੈ। ਲੇਕਿਨ ਇੱਥੇ ਆਹ ਚੀਜ਼ ਆਪਾਂ ਨੂੰ ਗਲਤ ਦਿੱਤੀ ਹੋਈ ਹੈ। ਪੱਪੂ ਜੋ ਹੈਗੇ ਉਹ ਆਪਣਾ ਆਰਤੀ ਦੇ ਨਾਲ ਮੈਰਿਡ ਹੈ, ਜਦਕਿ ਇੱਥੇ ਆਪਾਂ ਨੂੰ ਜੋਤੀ ਦੇ ਰੱਖੇ। ਤਾਂ ਇਹ ਆਪਣਾ ਕੀ ਬਣਦਾ ਹੈ? ਰਾਈਟ ਆਨਸਰ ਬਣਦਾ ਹੈ। ਠੀਕ ਹੈ, ਉਸੇ ਤਰ੍ਹਾਂ ਤੁਸੀਂ ਅਗਲੇ ਕੁਐਸਚਨ ਵੇਖ ਲੈਣੇ ਨੇ, ਕਾਫੀ ਈਜ਼ੀ ਇਹ ਕੁਐਸਚਨ ਨੇ, ਤੇ ਮੈਂ ਪੂਰੀ ਉਮੀਦ ਕਰਦਾ ਕਿ ਤੁਹਾਨੂੰ ਇਹ ਜੋ ਕੁਐਸਚਨ ਨੇ ਸਮਝ ਆ ਚੁੱਕੇ ਹੋਣਗੇ ਤੇ ਹੁਣ ਤੁਸੀਂ ਕਲਾਸੀਫਿਕੇਸ਼ਨ ਵਾਲੀ ਜੋ ਪਜ਼ਲ ਹੈ ਉਹ ਖੁਦ ਸੋਲਵ ਕਰ ਸਕਦੇ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਪਜ਼ਲਸ ਲੈ ਕੇ ਆਉਂਗਾ ਕਲਾਸੀਫਿਕੇਸ਼ਨਸ ਵਾਲੀਆਂ, ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।